ਜਿਹੜੇ ਤਕੜੇ ਲੋਕ ਨੇ ਉਹ ਤਾਂ ਪੈਸੇ ਦੇ ਕੇ ਬਾਹਰ ਭੇਜ ਰਹੇ ਨੇ। ਜਿਹੜੀ ਗਰੀਬ ਜਨਤਾ, ਜਿਹੜੀ ਦਿਹਾੜੀਦਾਰ ਆ, ਫੈਕਟਰੀ ਮਜ਼ਦੂਰ ਨੇ ਜਾਂ ਆਮ ਉਹ ਨੇ, ਉਹਨਾਂ ਕੋਲ ਇੰਨੀ ਪੂੰਜੀ ਕਿੱਥੇ ਕਿ 20-20 ਲੱਖ ਖਰਚ ਕੇ ਬਾਹਰ ਭੇਜ ਦੇਣ। ਭਵਿੱਖ ਖਤਮ ਨਹੀਂ ਕੀਤਾ ਜਾ ਰਿਹਾ ਉਹਨਾਂ ਬੱਚਿਆਂ ਦਾ, ਬਿਲਕੁਲ ਹੀ ਇਹ ਨੋਟਿਸ ਕੱਢ ਕੇ ਤੇ ਸਰਕਾਰ ਇਹ 'ਤੇ ਅਵੇਅਰ ਵੀ ਨਹੀਂ ਗੀ। ਦੇਖੋ, ਲੁਟੇਰਿਆਂ ਦਾ, ਡਾਕੂਆਂ ਦਾ ਕੰਮ ਲੁੱਟਣਾ ਹੁੰਦਾ। ਉਹਦੇ ਸਾਹਮਣੇ ਕੋਈ ਨਹੀਂ, ਉਹਦੇ ਸਾਹਮਣੇ ਕਿਸੇ ਦੀ ਧੀ ਨਹੀਂ, ਕਿਸੇ ਦੀ ਭੈਣ ਨਹੀਂ, ਕੋਈ ਕੁੜੀ ਨਹੀਂ, ਕੋਈ ਮੁੰਡਾ ਨਹੀਂ। ਐਸਸੀ ਵਿਦਿਆਰਥੀ ਜਿਹੜੇ ਵਿਚਾਰੇ ਜਿਨ੍ਹਾਂ ਨੇ ਪੜ੍ਹਨਾ ਵੀ ਸਕਾਲਰਸ਼ਿਪ ਦੇ ਉੱਤੇ ਹੁੰਦਾ, ਉਹ ਅੱਜ ਉਹ ਵਕੀਲਾਂ ਦੀਆਂ ਫੀਸਾਂ ਭਰਦੇ ਫਿਰਦੇ ਨੇ। ਇਹ ਡੇਲੋਂ ਕਾਲਜ ਨੇ ਪਹਿਲੀ ਵਾਰੀ ਕਿ ਹੋਇਆ। ਲਗਾਤਾਰ ਸਰਕਾਰ ਚਾਹੇ ਅਕਾਲੀਆਂ ਦੀ ਬਣੀ, ਚਾਹੇ ਕਾਂਗਰਸ ਦੀ, ਚਾਹੇ ਝਾੜੂ ਦੀ, ਬਹੁਤ ਗਿਣਤੀ ਸਾਡੀ ਹੋਣ ਦੇ ਬਾਵਜੂਦ ਅਸੀਂ ਇਹਨਾਂ ਮਨੂਵਾਦੀ ਲੋਕਾਂ ਨੂੰ, ਸਮਾਜ ਵਿਰੋਧੀ ਲੋਕਾਂ ਨੂੰ ਅਸੀਂ ਸੱਤਾ 'ਤੇ ਬਿਠਾਉਂਦੇ ਹਾਂ। ਜਦੋਂ ਸਰਕਾਰ ਬਣਾਉਂਦੀ ਹੈ, ਸਭ ਤੋਂ ਪਹਿਲਾਂ ਇਹਨਾਂ ਦੇ ਹੀ ਹੱਕਾਂ ਦੇ ਡਾਕੇ ਮਾਰੇ ਜਾ ਰਹੇ ਨੇ। ਪਰ ਇਹ ਲੋਕ ਵਾਰ-ਵਾਰ, ਸਾਡੇ ਵਰਗੇ ਲੋਕ ਇਹਨਾਂ ਨੂੰ ਅਵੇਅਰ ਕਰਦੇ ਨੇ, ਪਰ ਇਹ ਲੋਕ ਅਵੇਅਰ ਨਹੀਂ ਹੋ ਰਹੇ। ਸਾਡਾ ਜਿਹੜੇ ਬੱਚੇ ਨੇ ਉਹ ਓਕੇਜਨਲੀ ਲੜਦੇ ਨੇ। ਜੇ ਮਾਂ-ਬਾਪ ਨੂੰ ਖੜਨਾ ਪੈਂਦਾ, ਮਾਂ-ਬਾਪ ਭੱਜ ਜਾਂਦਾ, ਕਿਉਂਕਿ ਲੜਾਈ ਤਾਂ ਸੰਘਰਸ਼ ਤੋਂ ਬਾਅਦ ਹੀ ਜਿੱਤੀ ਜਾਣੀ ਹੈ। ਜਿਹੜੇ ਭਗਵੰਤ ਮਾਨ ਨੇ ਕਿਹਾ ਸੀ ਵੀ SC ST OBC ਬੱਚੇ ਅਸੀਂ ਉਹਨਾਂ ਨੂੰ ਸੇਫ ਰੱਖਾਂਗੇ, ਰੁਲ ਨਹੀਂ ਦੇਵਾਂਗੇ। ਅੱਜ ਜਿਹੜੀਆਂ ਚਿੱਠੀਆਂ ਕੱਢਤੀਆਂ ਨੇ, ਜਿਹੜੇ ਬੱਚਿਆਂ ਨੇ ਪੜ੍ਹ ਕੇ ਆਪਣਾ ਭਵਿੱਖ ਬਣਾਉਣਾ ਸੀ, ਅੱਜ ਉਹ ਕੋਰਟ ਕਚਹਿਰੀ ਦੇ ਧੱਕੇ ਖਾ ਰਹੇ ਨੇ। ਇਹ ਆਮ ਆਦਮੀ ਪਾਰਟੀ ਦਾ ਸਾਨੂੰ ਇੱਕ ਤੋਹਫਾ। ਇਹ ਜਿੰਨੇ ਵੀ ਪ੍ਰਾਈਵੇਟ ਸਕੂਲ ਨੇ, ਸਾਰੇ IAS ਅਧਿਕਾਰੀਆਂ ਦੇ, PCS ਅਧਿਕਾਰੀਆਂ ਦੇ ਜਾਂ ਪੋਲੀਟੀਕਲ ਬੰਦਿਆਂ ਦੇ ਨੇ। ਪ੍ਰਧਾਨਗੀਆਂ ਦੇ ਚੱਕਰਾਂ ਦੇ ਵਿੱਚ ਸਮਾਜ ਦਾ ਵੱਡਾ ਨੁਕਸਾਨ ਹੋ ਰਿਹਾ। ਜੇ ਇਹ ਸਾਰੇ ਹੀ ਇੱਕ ਜਗ੍ਹਾ 'ਤੇ ਇਕੱਠੇ ਹੋ ਜਾਣ, ਅੱਜ ਅਸੀਂ 85% ਲੋਕ ਹਾਂ। ਸੰਵਿਧਾਨ 'ਚ ਲਿਖਿਆ ਵੀ ਜਿੰਨੀ ਜਿਹਦੀ ਆਬਾਦੀ ਉਨੀ ਉਹਦੀ ਹਿੱਸੇਦਾਰੀ। ਇਹ 3% ਲੋਕ ਨੇ, 6% ਇੱਥੇ ਪੰਜਾਬ ਦਾ ਜ਼ਿਮੀਂਦਾਰ ਆ, ਔਰ ਸਾਡੇ 9% ਲੋਕ ਸਾਨੂੰ 93% ਲੋਕਾਂ ਨੂੰ ਲਾਂਗੜ ਪਾ ਕੇ ਘੜੀਸੀ ਫਿਰਦੇ ਨੇ। ਜਿਹੜੀਆਂ ਸਰਕਾਰਾਂ ਨੇ ਉਹਨਾਂ ਨੂੰ ਪਤਾ ਵੀ ਜਿਹੜੇ ਦਲਿਤ ਲੋਕ ਨੇ, SC ਲੋਕ ਨੇ, ਇਹ ਵੈਸੇ ਹੀ ਜਲਦੀ ਗੱਲਾਂ 'ਚ ਆ ਜਾਂਦੇ ਨੇ, ਫੁਕਰੇ ਨੇ, ਇਹਨਾਂ ਦੇ ਪੈਰ ਨਹੀਂ ਹੈਗੇ, ਐਜੂਕੇਸ਼ਨ ਨਹੀਂ ਹੈ, ਔਰ ਇੱਕ ਦੂਜੇ ਦੇ ਝਮਲਾਏ 'ਤੇ ਚਾਂਮਲਦੇ ਨੇ। SC ਬੱਚਿਆਂ ਦਾ ਭਵਿੱਖ ਖਤਮ ਕੀਤਾ ਜਾ ਰਿਹਾ। ਅੱਜ ਕੋਈ ਕਿਸਾਨ ਯੂਨੀਅਨ ਜਾਂ ਕੋਈ ਹੋਰ ਕਿਉਂ ਨਹੀਂ ਬੋਲਦਾ ਪਿਆ? ਕਿਉਂ ਨਹੀਂ ਉਹ ਆ ਕੇ ਇਹਨਾਂ ਦੇ SC ਭਾਈਚਾਰੇ ਦੇ ਬਰਾਬਰ ਖੜ੍ਹਦੇ? ਕਿਵੇਂ ਦੇਖਦੇ? ਕਿਸਾਨ ਦੇ ਘਰੇ ਜਾਓ ਤਾਂ ਉਹਨਾਂ ਦੇ ਬੱਚੇ, ਉਹਨਾਂ ਦਾ ਸਾਰਾ ਕੁਝ ਸਰਕਾਰ ਕਰੋੜਾਂ ਦਾ ਲੋਨ ਦੇ ਰਹੀ ਹੈ, ਮਾਫ ਵੀ ਹੋ ਜਾਂਦੇ ਨੇ। ਸਾਨੂੰ ਗਰੀਬ ਨੂੰ ਕੋਈ ਕਰਜ਼ਾ ਵੀ ਨਹੀਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਦਾ ਨਿਊਜ਼ ਟੇਲਰ। ਮੈਂ ਤਰਲੋਚਨ ਸਿੰਘ ਗਿੱਲ। ਪਿਛਲੇ ਕੁਝ ਸਮੇਂ ਦੌਰਾਨ ਇੱਕ ਮੁੱਦਾ ਬੜਾ ਭਖਿਆ ਸੀ ਪੰਜਾਬ ਦੇ ਵਿੱਚ SC ਬੱਚਿਆਂ ਦੀ ਸਕਾਲਰਸ਼ਿਪ ਦਾ, ਜਿਹਦੇ ਵਿੱਚ ਕਿ ਦੋਸ਼ ਲੱਗੇ। ਸਾਧੂ ਸਿੰਘ ਧਰਮਸੋਤ ਮੰਤਰੀ ਸੀਗੇ ਉਸ ਸਮੇਂ, ਉਹਨਾਂ ਦੇ ਦੋਸ਼ ਲੱਗੇ ਕਿ ਉਹਨਾਂ ਨੇ ਉਹ ਸਕਾਲਰਸ਼ਿਪ ਦਾ ਪੈਸੇ ਦਾ ਘਪਲਾ ਕੀਤਾ ਵਾ। ਕਰੋੜਾਂ ਰੁਪਏ ਦਾ ਉਹ ਘਪਲਾ ਸਾਹਮਣੇ ਆਇਆ ਸੀ, ਜਿਹਦਾ ਖਮਿਆਜ਼ਾ SC ਬੱਚਿਆਂ ਨੂੰ ਭੁਗਤਣਾ ਪਿਆ ਸੀਗਾ। ਕਿਉਂਕਿ ਕਾਲਜਾਂ ਨੇ ਸਰਟੀਫਿਕੇਟ ਤੱਕ ਬੱਚਿਆਂ ਦੇ ਰੱਖੇ ਹੋਏ ਨੇ, 10ਵੀਂ ਦੇ, 12ਵੀਂ ਦੇ। ਉਸ ਤੋਂ ਬਾਅਦ ਜਿਹੜਾ ਵੀ ਕੋਰਸ ਉਹਨਾਂ ਨੇ GNM ਕੀਤੀ ਆ ਜਾਂ ਕੋਈ ਹੋਰ ਕੋਰਸ ਕੀਤਾ ਮੈਡੀਕਲੀ ਲਾਈਨ ਦੇ ਵਿੱਚ, ਤਾਂ ਇਸੇ ਤਰ੍ਹਾਂ ਦਾ ਇੱਕ ਮੁੱਦਾ ਸਾਹਮਣੇ ਆਉਂਦਾ ਵਾ ਡੇਲੋਂ ਗੋਪਾਲਪੁਰ ਗੁਰੂ ਨਾਨਕ ਕਾਲਜ ਦੇ, ਜਿੱਥੇ ਕਿ ਬੱਚੀਆਂ ਜਿਹੜੀਆਂ ਪੜ੍ਹਦੀਆਂ ਸੀਗੀਆਂ, ਉਹਨਾਂ ਤੋਂ ਸਕਾਲਰਸ਼ਿਪ ਜਦੋਂ ਆਉਣੀ ਹੁੰਦੀ ਆ, ਫਸਟ ਟਾਈਮ ਜਦੋਂ ਐਡਮਿਸ਼ਨ ਹੋਈ, ਤਾਂ ਉਹਨਾਂ ਬੱਚੀਆਂ ਤੋਂ ਚੈੱਕ ਲਏ ਗਏ ਕਿ ਜੇਕਰ ਸਕਾਲਰਸ਼ਿਪ ਨਹੀਂ ਆਉਂਦੀ ਤਾਂ ਤੁਸੀਂ ਪੈਸਾ ਭਰੋਗੇ। ਤੇ ਹੁਣ ਜਦੋਂ ਬੱਚੀਆਂ ਉਹ ਕੋਰਸ ਕਰਕੇ ਬਾਹਰ ਨਿਕਲ ਗਈਆਂ ਕਾਲਜ ਤੋਂ, ਉਹਨਾਂ ਦੇ ਸਰਟੀਫਿਕੇਟ ਵੀ ਰੱਖੇ ਹੋਏ ਨੇ, ਔਰ ਨਾਲ ਹੀ ਉਹਨਾਂ ਬੱਚੀਆਂ ਨੂੰ ਨੋਟਿਸ ਕੱਢ ਦਿੱਤੇ ਗਏ ਨੇ, ਕਾਨੂੰਨੀ ਨੋਟਿਸ। ਤੇ ਬੱਚੀਆਂ ਜਿਹੜੀਆਂ ਨੇ ਅਦਾਲਤਾਂ ਦੇ ਧੱਕੇ ਖਾ ਰਹੀਆਂ ਨੇ, ਤਰੀਕਾਂ ਭੁਗਤ ਰਹੀਆਂ ਨੇ। ਇੱਥੇ ਮੈਂ ਇੱਕ ਸਮਾਜ ਸੇਵੀ ਨੇ ਮੇਰੇ ਨਾਲ, ਗੁਰਦੀਪ ਸਿੰਘ ਕਾਲੀ ਜੀ, ਜਿਹੜੇ ਕਿ ਇਹ ਮੁੱਦੇ ਸਮਾਜ ਦੇ ਵਿੱਚ ਜਿਹੜੇ ਵਿਚਰਦੇ ਨੇ, ਉਹ ਇਹ ਮੁੱਦੇ ਚੱਕਦੇ ਰਹਿੰਦੇ ਨੇ ਸਮੇਂ-ਸਮੇਂ 'ਤੇ। ਅੱਜ ਮੇਰੇ ਨਾਲ ਨੇ, ਮੈਂ ਉਹਨਾਂ ਨਾਲ ਗੱਲ ਕਰੂੰਗਾ। ਭਾਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਕੀ ਕਹੋਗੇ? SC ਬੱਚੀਆਂ ਦੇ ਕਾਲਜਾਂ ਨੇ ਨੋਟਿਸ ਕੱਢਤੇ ਨੇ, ਬੱਚੀਆਂ ਅਦਾਲਤਾਂ ਦੀਆਂ ਪੌੜੀਆਂ 'ਤੇ ਧੱਕੇ ਖਾਂਦੀਆਂ ਫਿਰਦੀਆਂ ਵਕੀਲ ਕਰਕੇ। SC ਵਿਦਿਆਰਥੀ ਜਿਹੜੇ ਵਿਚਾਰੇ ਜਿਨ੍ਹਾਂ ਨੇ ਪੜ੍ਹਨਾ ਵੀ ਸਕਾਲਰਸ਼ਿਪ ਦੇ ਉੱਤੇ ਹੁੰਦਾ, ਉਹ ਅੱਜ ਉਹ ਵਕੀਲਾਂ ਦੀਆਂ ਫੀਸਾਂ ਭਰਦੇ ਫਿਰਦੇ ਨੇ। ਇਹ ਡੇਲੋਂ ਕਾਲਜ ਨੇ ਪਹਿਲੀ ਵਾਰੀ ਕਿ ਹੋਇਆ। ਦੇਖੋ, ਪਹਿਲੀ ਗੱਲ ਤਾਂ ਮੈਂ ਜਿਹੜੇ ਸਾਡਾ ਸਮਾਜ ਹੈ SC ST OBC, ਉਹਨੂੰ ਥੋੜ੍ਹੀ ਬਹੁਤੀ ਆਪਣੀ ਮਰੀ ਹੋਈ ਜ਼ਮੀਰ ਜਗਾਉਣੀ ਚਾਹੀਦੀ ਹੈ। ਕੋਈ ਅੱਜ ਦੀ ਗੱਲ ਨਹੀਂ, ਪਿਛਲੇ 75 ਸਾਲ ਤੋਂ ਲਗਾਤਾਰ ਸਰਕਾਰ ਚਾਹੇ ਅਕਾਲੀਆਂ ਦੀ ਬਣੀ, ਚਾਹੇ ਕਾਂਗਰਸ ਦੀ, ਚਾਹੇ ਝਾੜੂ ਦੀ, ਬਹੁਤ ਗਿਣਤੀ ਸਾਡੀ ਹੋਣ ਦੇ ਬਾਵਜੂਦ ਅਸੀਂ ਇਹਨਾਂ ਮਨੂਵਾਦੀ ਲੋਕਾਂ ਨੂੰ, ਸਮਾਜ ਵਿਰੋਧੀ ਲੋਕਾਂ ਨੂੰ ਅਸੀਂ ਸੱਤਾ 'ਤੇ ਬਿਠਾਉਂਦੇ ਹਾਂ।
ਤੁਸੀਂ ਦੇਖੋ ਜਦ ਕੋਈ ਵੀ ਸਰਕਾਰ ਬਣਦੀ ਆ ਸਭ ਤੋਂ ਵੱਧ ਵਿਹੜਿਆਂ ਦੇ ਵਿੱਚ ਲੱਡੂ ਵੰਡੇ ਜਾਂਦੇ ਨੇ, ਵਿਹੜੇ ਵਾਲੇ ਖੁਸ਼ ਹੁੰਦੇ ਨੇ। ਇਹ ਜਿੰਨੇ ਗਰੀਬ ਜਨਤਾ ਸਭ ਤੋਂ ਵੱਧ ਰੌਲਾ ਪਾਉਂਦੀ ਹੈ। ਜਦੋਂ ਸਰਕਾਰ ਬਣਾਉਂਦੀ ਹੈ ਸਭ ਤੋਂ ਪਹਿਲਾਂ ਇਹਨਾਂ ਦੇ ਹੀ ਹੱਕਾਂ ਦੇ ਡਾਕੇ ਮਾਰੇ ਜਾ ਰਹੇ ਨੇ। ਪਰ ਇਹ ਲੋਕ ਵਾਰ-ਵਾਰ ਸਾਡੇ ਵਰਗੇ ਲੋਕ ਇਹਨਾਂ ਨੂੰ ਅਵੇਅਰ ਕਰਦੇ ਨੇ, ਪਰ ਇਹ ਲੋਕ ਅਵੇਅਰ ਨਹੀਂ ਹੋ ਰਹੇ। ਫਿਰ ਟਾਈਮ 'ਤੇ ਆ ਕੇ ਵੋਟਾਂ ਦੇ ਨੇੜੇ ਆ ਕੇ ਕੋਈ ਸ਼ਰਾਬ 'ਤੇ, ਕੋਈ ਫੀਮ 'ਤੇ, ਕੋਈ ਕਿਸੇ ਤੋਂ ਡਰ ਤੋਂ, ਭੈ ਤੋਂ ਇਹਨਾਂ ਲੋਕਾਂ ਨੂੰ ਵੋਟਾਂ ਦੇ ਕੇ ਸਰਕਾਰਾਂ ਬਣਾ ਰਹੇ ਨੇ। ਤਾਂ ਫਿਰ ਕਿਸ ਤਰ੍ਹਾਂ ਪੋਸੀਬਲ ਹੋ ਸਕਦਾ? ਜਿਹੜਾ ਬੰਦਾ ਸਾਨੂੰ ਖਤਮ ਕਰਨਾ ਚਾਹੁੰਦਾ, ਅਸੀਂ ਉਹਨੂੰ ਪਾਵਰ ਦੇ ਰਹੇ ਹਾਂ ਵਾਰ-ਵਾਰ, ਉਹ ਤੁਹਾਨੂੰ ਖਤਮ ਕਿਉਂ ਨਹੀਂ ਕਰੂ? ਜੇ ਅੱਜ ਤੁਸੀਂ ਮੇਰੇ ਨਾਲ ਮੁੱਦਾ ਜਿਹੜਾ ਵਿਚਾਰਿਆ, ਇਹ ਕੋਈ ਪਹਿਲਾ ਮੁੱਦਾ ਨਹੀਂ, ਆਖਰੀ ਮੁੱਦਾ ਨਹੀਂ। ਮੈਂ ਘੱਟੋ ਘੱਟ 20 ਸਾਲ ਤੋਂ ਦੇਖਦਾ। ਮੈਂ ਭੁੱਟੇ ਕਾਲਜ ਦੇਖਿਆ, GNM ਕਾਲਜ, ਤਕੜੇ ਕਾਲਜਾਂ ਦੇ ਵਿੱਚ ਮੈਂ ਸਕਾਲਰਸ਼ਿਪ ਦੀ ਲੜਾਈ ਲੜੀ ਹੈ। ਸਾਡਾ ਜਿਹੜੇ ਬੱਚੇ ਨੇ ਉਹ ਓਕੇਜਨਲੀ ਲੜਦੇ ਨੇ। ਜੇ ਮਾਂ-ਬਾਪ ਨੂੰ ਖੜਨਾ ਪੈਂਦਾ, ਮਾਂ-ਬਾਪ ਭੱਜ ਜਾਂਦਾ, ਕਿਉਂਕਿ ਲੜਾਈ ਤਾਂ ਸੰਘਰਸ਼ ਤੋਂ ਬਾਅਦ ਹੀ ਜਿੱਤੀ ਜਾਣੀ ਹੈ। ਇਹ ਜਿਹੜਾ ਕਾਲਜ ਤੁਸੀਂ ਗੱਲ ਕਰੀ ਹੈ, ਇਹਦੇ ਪਹਿਲਾਂ ਵੀ ਬਹੁਤ ਇੰਨੀਆਂ ਸ਼ਿਕਾਇਤਾਂ ਨੇ, ਮੈਂ ਅੰਤ ਨਹੀਂ ਹੈ। ਇੰਨੀ ਗੁੰਡਾਗਰਦੀ ਇਸ ਕਾਲਜ ਦੀ, ਜਾਂ ਤਾਂ ਇਹਦੇ ਪਿੱਛੇ ਕੋਈ ਪੋਲੀਟੀਕਲ ਸਹਿ ਆ। ਜਿਹੜੇ ਭਗਵੰਤ ਮਾਨ ਨੇ ਕਿਹਾ ਸੀ ਵੀ SC ST OBC ਬੱਚੇ ਅਸੀਂ ਉਹਨਾਂ ਨੂੰ ਸੇਫ ਰੱਖਾਂਗੇ, ਰੁਲ ਨਹੀਂ ਦੇਵਾਂਗੇ। ਅੱਜ ਆ ਜਿਹੜੀਆਂ ਚਿੱਠੀਆਂ ਕੱਢਤੀਆਂ ਨੇ, ਜਿਹੜੇ ਬੱਚਿਆਂ ਨੇ ਪੜ੍ਹ ਕੇ ਆਪਣਾ ਭਵਿੱਖ ਬਣਾਉਣਾ ਸੀ, ਅੱਜ ਉਹ ਕੋਰਟ ਕਚਹਿਰੀ ਦੇ ਧੱਕੇ ਖਾ ਰਹੇ ਨੇ। ਇਹ ਆਮ ਆਦਮੀ ਪਾਰਟੀ ਦਾ ਸਾਨੂੰ ਇੱਕ ਤੋਹਫਾ। ਅੱਜ ਮੈਂ ਦੇਖਦਾ, ਮੈਂ ਪਿੰਡਾਂ 'ਚ ਵਿੱਚ ਦੇਖਦਾ, ਸਾਡੇ ਵਿਹੜਿਆਂ ਚਲੇ ਜਾਓ, ਉਹ ਸਭ ਤੋਂ ਵੱਧ ਕਰ ਰਹੇ ਨੇ ਜੀ ਝਾੜੂ ਭਗਵੰਤ ਮਾਨ। ਕਿਉਂਕਿ ਭਗਵੰਤ ਮਾਨ ਇੱਕ ਸਲੇਡਾ, ਇੱਕ ਭੰਡ ਆ। ਉਹ ਸਾਡੇ ਜਿਹੜੇ ਗਰੀਬ ਲੋਕ ਨੇ, ਆਰਥਿਕ ਤੌਰ 'ਤੇ ਕਮਜ਼ੋਰ ਲੋਕ ਨੇ, ਉਹ ਭੰਡ ਦੇ, ਉਹ ਸਲੇਡੇ ਦੀਆਂ ਚਾਲਾਂ 'ਚ ਆਏ ਹੋਏ ਨੇ, ਗੱਲਾਂ 'ਚ ਆਏ ਹੋਏ ਨੇ। ਤਾਂ ਫਿਰ ਤੁਸੀਂ ਇਹ ਖਾਮਿਆਜ ਤਾਂ ਭੁਗਤਣੇ ਹੀ ਪੈਣਗੇ ਅਗਰ ਤੁਸੀਂ ਅਵੇਅਰ ਨਹੀਂ ਹੈ। ਜੇ ਕਿਸੇ ਸਮਾਜ ਨੂੰ ਕਮਜ਼ੋਰ ਕਰਨਾ, ਸਭ ਤੋਂ ਵੱਡੀ ਕੀ ਉਹਦੀ ਆ, ਉਹਦੀ ਐਜੂਕੇਸ਼ਨ ਖਤਮ ਕਰ ਦਿਓ। ਤੁਹਾਡੇ ਕੋਲ ਗਿਆਨ ਨਹੀਂ ਹੋਊਗਾ, ਤੁਹਾਨੂੰ ਕਮਾਈ ਦੇ ਸਾਧਨ ਖਤਮ ਹੋ ਜਾਣਗੇ। ਤੁਹਾਡੇ ਕੋਲ ਕਮਾਈ ਦੇ ਸਾਧਨ ਨਹੀਂ ਹੋਣਗੇ, ਤੁਸੀਂ ਗੁਲਾਮ ਹੋ ਜਾਓਗੇ। ਇਹ ਸਿਸਟਮ ਇਸ ਤਰ੍ਹਾਂ ਦਾ ਬਣਾਤਾ। ਐਜੂਕੇਸ਼ਨ ਸਾਡੀ ਖਤਮ ਕਰਤੀ। ਹੁਣ ਸਾਡੇ ਬੱਚਿਆਂ ਕੋਲ ਡਿਗਰੀਆਂ ਨਹੀਂ ਹੋਣਗੀਆਂ। ਜਿਹੜੇ ਤਕੜੇ ਲੋਕ ਨੇ ਉਹ ਤਾਂ ਪੈਸੇ ਦੇ ਕੇ ਬਾਹਰ ਭੇਜ ਰਹੇ ਨੇ। ਜਿਹੜੀ ਗਰੀਬ ਜਨਤਾ, ਜਿਹੜੀ ਦਿਹਾੜੀਦਾਰ ਆ, ਫੈਕਟਰੀ ਮਜ਼ਦੂਰ ਨੇ ਜਾਂ ਆਮ ਉਹ ਨੇ, ਉਹਨਾਂ ਕੋਲ ਇੰਨੀ ਪੂੰਜੀ ਕਿੱਥੇ ਕਿ 20-20 ਲੱਖ ਖਰਚ ਕੇ ਬਾਹਰ ਭੇਜ ਦੇਣ। ਇੱਕ ਚੀਜ਼ ਹੋਰ ਵੀ ਆ ਇੱਥੇ, ਮੈਂ ਜੇ ਜ਼ਿਕਰ ਕਰਾਂ ਕਿ ਕੁੜੀਆਂ ਨੇ ਜੀ, ਇਹ ਵੱਡੀ ਗੱਲ ਆ। ਮੁੰਡੇ ਹੁੰਦੇ ਫਿਰ ਵੀ ਬੰਦਾ ਕਹਿੰਦਾ ਚੱਲ ਯਾਰ ਮੁੰਡੇ ਨੇ। ਕੁੜੀਆਂ ਜੇ ਇਹ FIRਾਂ ਜਾਂ ਕੋਰਟ ਕੇਸ ਨੇ ਔਨਲਾਈਨ ਬੋਲਣ ਲੱਗ ਗਏ, ਕੁੜੀਆਂ ਨੇ ਮੈਰਿਜ ਵੀ ਕਰਵਾਉਣੀ ਆ, ਕੱਲ੍ਹ ਨੂੰ ਬਾਹਰ ਵੀ ਜਾਣਾ ਵਾ ਅਤੇ ਅੱਗੇ ਐਜੂਕੇਸ਼ਨ ਵੀ ਲੈਣੀ ਆ। ਭਵਿੱਖ ਖਤਮ ਨਹੀਂ ਕੀਤਾ ਜਾ ਰਿਹਾ ਉਹਨਾਂ ਬੱਚੀਆਂ ਦਾ, ਬਿਲਕੁਲ ਹੀ ਇਹ ਨੋਟਿਸ ਕੱਢ ਕੇ, ਅਤੇ ਸਰਕਾਰ ਇਹ 'ਤੇ ਅਵੇਅਰ ਵੀ ਨਹੀਂ ਗੀ। ਦੇਖੋ, ਲੁਟੇਰਿਆਂ ਦਾ, ਡਾਕੂਆਂ ਦਾ ਕੰਮ ਲੁੱਟਣਾ ਹੁੰਦਾ। ਉਹਦੇ ਸਾਹਮਣੇ ਕੋਈ ਨਹੀਂ, ਉਹਦੇ ਸਾਹਮਣੇ ਕਿਸੇ ਦੀ ਧੀ ਨਹੀਂ, ਕਿਸੇ ਦੀ ਭੈਣ ਨਹੀਂ, ਕੋਈ ਕੁੜੀ ਨਹੀਂ, ਕੋਈ ਮੁੰਡਾ ਨਹੀਂ। ਐਜੂਕੇਸ਼ਨ ਮਾਫੀਆ, ਤੁਸੀਂ ਹਰਿਆਣੇ ਸਰਕਾਰ ਦਾ ਇੱਕ ਦੇਖਿਆ ਹੋਣਾ। ਉਹਨਾਂ ਨੇ ਕਹਿਤਾ ਵੀ ਜੇ ਬੱਚੀ ਸਰਕਾਰੀ ਸਕੂਲ ਜਾਂਦੇ ਆ 500 ਰੁਪਈਆ ਅਗਰ ਤੁਸੀਂ ਦੇਣਾ ਪਊਗਾ। ਅਗਰ ਤੁਸੀਂ ਪ੍ਰਾਈਵੇਟ ਸਕੂਲ ਜਾਂਦੇ ਹੋ ਤਾਂ ਤੁਹਾਨੂੰ 1100 ਰੁਪਇਆ ਸਰਕਾਰ ਦੇਊਗੀ। ਇਹਦਾ ਮਤਲਬ ਕੀ ਆ? ਸਰਕਾਰ ਦੀ ਪਾਲਿਸੀ ਆ ਪ੍ਰਾਈਵੇਟ ਮਾਫੀਆ, ਸਿੱਖਿਆ ਮਾਫੀਆ ਨੂੰ ਪ੍ਰਮੋਟ ਕਰਨ ਦਾ। ਉਹੀ ਕੁਛ ਪੰਜਾਬ ਦੇ ਵਿੱਚ ਹੈ। ਬੱਚਿਆਂ ਦਾ ਜਦ ਕੂੜ 'ਚ ਉਹਨਾਂ ਦਾ ਚੜ੍ਹ ਜਾਣਾ, ਭਵਿੱਖ ਤਾਂ ਖਤਮ ਹੈ। ਨਾ ਉਹ ਕੋਈ ਆਪਣੇ ਨੌਕਰੀ ਵੱਲ ਜਾ ਸਕਦੇ ਨੇ, ਨਾ ਉਹ ਵਿਦੇਸ਼ ਜਾ ਸਕਦੇ ਨੇ। ਔਰ ਜਿਹੜੀ ਮੈਰਿਜ ਕਰਨੀ ਆ, ਹੁਣ ਜਦ ਜਿਹੜਾ ਭਾਰਤੀ ਸਮਾਜ ਆ, ਅਗਰ ਕੁੜੀ ਕਿਸੇ ਕੋਰਟ ਕਚਹਿਰੀ ਜਾਵੇ, ਵੈਸੇ ਉਹਨੂੰ ਮਾੜੀ ਨਿਗਾਹ ਨਾਲ ਦੇਖਣ ਆ ਜਾਂਦੇ ਨੇ। ਇਸ ਲਈ ਇਹ ਜਿਹੜਾ ਇੱਕ ਸਕੂਲ ਕੋਈ ਵੀ ਆ, ਚਾਹੇ ਡੇਲੋਂ ਵਾਲਾ, ਇਹਦੀ ਔਕਾਤ ਨਹੀਂ ਹੈਗੀ ਕਿ ਇਕੱਲਾ ਕਰ ਸਕੇ। ਇਹਦੇ ਪਿੱਛੇ ਇੱਕ ਮਾਫੀਆ ਬੈਠਾ, ਉਹ ਪੋਲੀਟੀਕਲ ਮਾਫੀਆ, ਐਜੂਕੇਸ਼ਨ ਮਾਫੀਆ। ਤੁਸੀਂ ਸਰਵੇ ਕਰ ਲਓ ਪੂਰੇ ਪੰਜਾਬ ਦੇ, ਇਹ ਜਿੰਨੇ ਵੀ ਪ੍ਰਾਈਵੇਟ ਸਕੂਲ ਨੇ ਸਾਰੇ IAS ਅਧਿਕਾਰੀਆਂ ਦੇ, PCS ਅਧਿਕਾਰੀਆਂ ਦੇ ਜਾਂ ਪੋਲੀਟੀਕਲ ਬੰਦਿਆਂ ਦੇ ਨੇ। ਫਿਰ ਉਹ ਪਾਲਿਸੀਆਂ ਉਹ ਬਣਾਉਂਦੇ ਨੇ। ਉਹ ਤੁਹਾਡੇ ਬੱਚਿਆਂ ਨੂੰ ਕਿਵੇਂ ਐਜੂਕੇਸ਼ਨ ਦੇਣਗੇ? ਇਸ ਲਈ ਮੈਂ ਤਾਂ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ, ਜੋ ਡਾਕਟਰ ਅੰਬੇਡਕਰ ਸਾਹਿਬ ਨੇ ਕਿਹਾ ਸੀ, ਬੀ ਔਰਗਨਾਈਜ਼ਡ। ਸਾਡੇ ਲੋਕ ਔਰਗਨਾਈਜ਼ਡ ਨਹੀਂ ਹੋ ਰਹੇ, ਛੋਟੀਆਂ ਸਭਾਵਾਂ ਬਣਾ ਰਹੇ ਨੇ। ਕੋਈ ਰਵਿਦਾਸ ਜੀ ਦੇ ਨਾਂ 'ਤੇ, ਬਾਲਮੀਕ ਦੇ ਨਾਂ 'ਤੇ, ਰੰਗਰੇਟਿਆਂ ਦੇ ਨਾਂ 'ਤੇ, ਮਜ਼੍ਹਬੀਆਂ ਦੇ ਨਾਂ 'ਤੇ, ਭਾਵਾਦਾਸ ਦੇ ਨਾਂ 'ਤੇ, ਰਵਿਦਾਸ ਦੇ ਨਾਂ 'ਤੇ ਲੱਖਾਂ ਹੀ ਹੋਰ ਸ਼ੁਗਲੀਗਰ ਬਰਾਦਰੀਆਂ ਦੇ ਨਾਂ 'ਤੇ ਛੋਟੇ ਟੁਕੜੇ 'ਚ ਬਣਾ ਕੇ ਅਸੀਂ ਆਪਣੀ ਹਉਮੈ ਪਾਲ ਰਹੇ ਹਾਂ। ਪ੍ਰਧਾਨਗੀਆਂ ਦੇ ਚੱਕਰਾਂ ਦੇ ਵਿੱਚ ਸਮਾਜ ਦਾ ਵੱਡਾ ਨੁਕਸਾਨ ਹੋ ਰਿਹਾ। ਜੇ ਇਹ ਸਾਰੇ ਹੀ ਇੱਕ ਜਗ੍ਹਾ 'ਤੇ ਇਕੱਠੇ ਹੋ ਜਾਣ, ਅੱਜ ਅਸੀਂ 85% ਲੋਕ ਆ, ਸੰਵਿਧਾਨ 'ਚ ਲਿਖਿਆ ਵੀ ਜਿੰਨੀ ਜਿਹਦੀ ਆਬਾਦੀ ਉਨੀ ਉਹਦੀ ਹਿੱਸੇਦਾਰੀ। ਇਹ 3% ਲੋਕ ਨੇ,
6% ਇੱਥੇ ਪੰਜਾਬ ਦਾ ਜ਼ਿਮੀਂਦਾਰ ਆ ਔਰ ਸਾਡੇ 9% ਲੋਕ ਸਾਨੂੰ 93% ਲੋਕਾਂ ਨੂੰ ਲਾਂਗੜ ਪਾ ਕੇ ਘੜੀਸੀ ਫਿਰਦੇ ਨੇ। 35% ਆਬਾਦੀ ਆ ਜਿਹੜੀ ਉਹ ਪੰਜਾਬ ਦੇ ਵਿੱਚ ਐਸੀ ਭਾਈਚਾਰੇ ਦੀ ਆ। 35% ਦੇ ਵਿੱਚ ਲੋਕਾਂ ਨੇ ਤਕਰੀਬਨ ਲਗਭਗ ਕਰੋੜ ਦੇ ਨੇੜੇ ਤੇੜੇ ਹੋ ਜਾਂਦੇ ਆ ਜੀ। ਵੋਟਾਂ ਪਾਈਆਂ, ਪੰਜਾਬ ਦੀ ਸਰਕਾਰ ਬਣੀ, ਕੀ ਅੱਜ ਉਹੀ ਲੋਕ ਸਰਕਾਰ ਨੂੰ ਸਵਾਲ ਨਹੀਂ ਕਰ ਸਕਦੇ ਕਿ ਸਾਡੀ ਬੱਚੀਆਂ ਦੇ ਆਹ ਕੁਝ ਹੋਣ ਲੱਗ ਗਿਆ ਤੇ ਤੁਸੀਂ ਕਿੱਥੇ ਸੁੱਤੇ ਪਏ ਹੋ? ਦੇਖੋ ਜੀ, ਮੈਂ ਆਪਣਾ ਤੁਹਾਨੂੰ ਤਜਰਬਾ ਦੱਸਦਾ। ਹੁਣ ਜਿਹੜੀ ਝਾੜੂ ਵਾਲੀ ਪਾਰਟੀ ਹੈ, ਮੈਂ ਪਿਛਲੇ 10 ਕੁ ਸਾਲ ਦੀ ਦੱਸਦਾ। ਕਾਂਗਰਸ ਅਕਾਲੀਆਂ ਨੂੰ ਵੀ ਸਵਾਲ ਕਰੇ, ਕਾਂਗਰਸ ਨੇ ਵੀ ਸਵਾਲ ਕੱਢੇ। ਸਾਡੇ ਲਖਵੀਰ ਸਿੰਘ ਲੱਖਾ MLA ਸੀ, ਤਾਂ ਲੋਕ ਇਹ ਗੱਲ ਕਹਿੰਦੇ ਸੀ ਕਾਲੀ ਗੁਰਦੀਪ ਸਿੰਘ ਕਾਲੀ ਜਾਣ ਬੁੱਝ ਕੇ ਲਖਵੀਰ ਸਿੰਘ ਲੱਖਾ ਨੂੰ ਟਾਰਗੇਟ ਕਰਦਾ ਆਪਣੇ ਫੇਮ ਲੈਣ ਦੇ ਲਈ, ਚੈਨਲਾਂ 'ਤੇ ਆਉਣ ਦੇ ਲਈ। ਪਰ ਉਹ ਮੈਂ ਮੂਰਖਾਂ ਨੂੰ ਇਹ ਦੱਸਣਾ ਚਾਹੁੰਦਾ ਵੀ ਮੈਨੂੰ ਤਾਂ ਫੇਮ ਮਿਲ ਹੀ ਜਾਣਾ, ਪਰ ਜਿਹੜਾ ਤੁਹਾਡਾ ਨੁਕਸਾਨ ਹੋ ਰਿਹਾ, ਤੁਹਾਡੇ ਬੱਚਿਆਂ ਦੀ ਐਜੂਕੇਸ਼ਨ ਖੋਹਲੀ, ਤੁਹਾਡੀ ਸਕਾਲਰਸ਼ਿਪ ਖੋਹਲੀ, ਮਤਲਬ ਸਾਡਾ ਸਮਾਜ ਅੱਜ ਵੀ ਜੇ ਭਗਵੰਤ ਮਾਨ ਦੇ ਖਿਲਾਫ, ਆਮ ਆਦਮੀ ਦੇ ਖਿਲਾਫ ਮੈਂ ਕੋਈ ਗੱਲ ਕਰਦਾ ਫੇਸਬੁੱਕ 'ਤੇ, WhatsApp 'ਤੇ ਜਾਂ ਉਸ ਤਰ੍ਹਾਂ, ਤਾਂ ਸਾਡਾ ਮੂਰਖ ਟੱਬਰ ਉਹ ਕਹਿੰਦਾ ਤੂੰ ਇਕੱਲਾ ਹੀ ਸਿਆਣਾ। ਜਦ ਕਿ ਤੁਸੀਂ ਦੇਖੋ, ਜਦ ਭਗਵੰਤ ਮਾਨ ਦੀ ਸਰਕਾਰ ਬਣੀ ਉਹਨੇ ਕਿਹਾ ਵੀ ਜਿਹੜੇ ਲਾਅ ਆਫੀਸਰ ਦਲਿਤ ਲੋਕ, ਇਟਸ ਨਾਟ ਕੈਪੇਬਲ ਟੂ ਦਿਸ ਪੋਸਟ, ਇਜ਼ ਅ ਲਾਅ ਆਫੀਸਰ। ਕਿੱਡੀ ਵੱਡੀ ਚਪੇੜ ਮਾਰੀ ਜਿਹੜੇ ਐਸੀ ਲੋਕ ਨੇ ਉਹਨਾਂ ਨੀਚਾ। ਲੋਕ ਉੱਠੇ, ਲੋਕਾਂ ਨੇ ਰੌਲਾ ਪਾਇਆ ਤਾਂ ਫੈਸਲਾ ਵਾਪਸ ਲੈਣਾ ਪਿਆ। ਸਾਡੇ ਲੋਕ ਢੋਲ ਵਜਾਉਣ ਲੱਗ ਗਏ, ਬੇਵਕੂਫ ਲੋਕ। ਦੇਖੋ ਜੀ, ਕਹਿੰਦੇ 85 ਸਾਡੇ ਲਾਅ ਆਫੀਸਰ ਰੱਖ ਲਏ, ਉਹਦੇ ਕੰਡੀਸ਼ਨਾਂ ਤਾਂ ਦੇਖੋ ਨਾ। ਉਹਦੇ ਵਿੱਚ 5% ਲੋਕ ਵੀ ਨਹੀਂ ਆਉਂਦੇ, ਨੋਟੀਫਿਕੇਸ਼ਨ ਵੀ ਨਹੀਂ ਹੋਇਆ। ਇਸ ਲਈ ਉਹਨਾਂ ਨੂੰ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੂੰ ਪਤਾ ਵੀ ਜਿਹੜੇ ਦਲਿਤ ਲੋਕ ਨੇ, SC ਲੋਕ ਨੇ, ਇਹ ਵੈਸੇ ਹੀ ਜਲਦੀ ਗੱਲਾਂ 'ਚ ਆ ਜਾਂਦੇ ਨੇ, ਫੁਕਰੇ ਨੇ, ਇਹਨਾਂ ਦੇ ਪੈਰ ਨਹੀਂ ਹੈਗੇ, ਐਜੂਕੇਸ਼ਨ ਨਹੀਂ ਹੈ, ਔਰ ਇੱਕ ਦੂਜੇ ਦੇ ਚਮਲਾਏ ਤੇ ਚਾਮਲਦੇ ਨੇ। ਪਿੰਡ ਦਾ ਜ਼ਿਮੀਂਦਾਰ ਜਾਂ ਉੱਚ ਜਾਤੀ ਲੋਕ ਜਾਂ ਅਕਾਲੀ ਕਾਂਗਰਸ ਝਾੜੂ ਵਾਲੇ ਇਹਨਾਂ ਲੋਕਾਂ ਨੂੰ ਆ ਕੇ ਵਿਹੜਿਆਂ 'ਚ ਹਵਾ ਦਿੰਦੇ ਨੇ, ਚਮਲਾ ਦਿੰਦੇ ਨੇ। ਇਹ ਚਾਮਲ ਕੇ ਇਹਨਾਂ ਕਰਦੇ ਨੁਕਸਾਨ ਆਪਣਾ ਹੀ ਨੇ। ਇਹਨਾਂ ਨੂੰ ਪਤਾ ਹੀ ਲੱਗਦਾ, ਜਦ ਨੂੰ ਇਹਨਾਂ ਨੂੰ ਪਤਾ ਲੱਗਦਾ ਬਾਜੀ ਬੀਤ ਜਾਂਦੀ ਹੈ। ਹੁਣ ਸਕਾਲਰਸ਼ਿਪ ਤਾਂ 100% ਖਤਮ ਆ, ਰਿਜ਼ਰਵੇਸ਼ਨ 100% ਖਤਮ ਆ, ਤਾਂ ਫਿਰ ਇਹ ਲੋਕ ਲੜਾਈ ਕੀ ਲੜਦੇ ਨੇ, ਵੋਟਾਂ ਕਿਉਂ ਪਾ ਰਹੇ ਨੇ? ਇੱਥੇ ਮੈਂ ਇੱਕ ਸਵਾਲ ਹੋਰ ਤੁਹਾਨੂੰ ਲਾਉਂਗਾ ਕਿ ਜਦੋਂ ਦਿੱਲੀ ਕਿਸਾਨੀ ਅੰਦੋਲਨ ਹੋਇਆ, ਉੱਥੇ ਹਰ ਬੰਦੇ ਨੇ ਸਾਥ ਦਿੱਤਾ, ਚਾਹੇ ਉਹ SC ਭਾਈਚਾਰੇ ਦਾ ਹੋਵੇ, ਚਾਹੇ BC ਦਾ ਹੋਵੇ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ ਨਾਅਰੇ ਵੀ ਲੱਗਦੇ ਸੀ। ਅੱਜ ਜਦੋਂ SC ਬੱਚੀਆਂ ਦੇ ਨਾਲ ਇਹ ਕੁਝ ਹੋ ਰਿਹਾ, SC ਬੱਚੀਆਂ ਦਾ ਭਵਿੱਖ ਖਤਮ ਕੀਤਾ ਜਾ ਰਿਹਾ, SC ਬੱਚਿਆਂ ਦਾ ਭਵਿੱਖ ਖਤਮ ਕੀਤਾ ਜਾ ਰਿਹਾ, ਅੱਜ ਕੋਈ ਕਿਸਾਨ ਯੂਨੀਅਨ ਜਾਂ ਕੋਈ ਹੋਰ ਕਿਉਂ ਨਹੀਂ ਬੋਲਦਾ ਪਿਆ? ਕਿਉਂ ਨਹੀਂ ਉਹ ਆ ਕੇ ਇਹਨਾਂ ਦੇ SC ਭਾਈਚਾਰੇ ਦੇ ਬਰਾਬਰ ਖੜਦੇ? ਕਿਵੇਂ ਦੇਖਦੇ ਹੋ? ਦੇਖੋ ਜੀ, ਜਿਹੜਾ ਕਿਸਾਨੀ ਅੰਦੋਲਨ ਸੀ ਉਹ ਇੱਕ ਭਾਈਚਾਰੇ ਦਾ ਨਿੱਜੀ ਅੰਦੋਲਨ ਸੀ। ਉਹਨਾਂ ਦੀ ਜ਼ਮੀਨਾਂ 'ਤੇ ਡਾਕੇ ਪਏ, ਉਹਨਾਂ ਨੇ ਰੌਲਾ ਪਾਇਆ, ਉਹਨਾਂ ਨੇ ਉਹਨੂੰ ਸਿੱਖ ਧਰਮ ਨਾਲ ਜੋੜਤਾ, ਕਿਉਂਕਿ ਇਕੱਲੇ ਤਾਂ ਕੋਈ ਜਿੱਤ ਨਹੀਂ ਸਕਦਾ। ਜੇ ਕਿਸਾਨ ਜਾਂ ਜੱਟ ਕਹਿੰਦੇ ਸੀ ਇਕੱਲੇ ਜਿੱਤਣਾ ਨਹੀਂ ਸੀਗਾ, ਫਿਰ ਉਹਨਾਂ ਲੋਕਾਂ ਨੂੰ ਇਮੋਸ਼ਨਲ ਕਰਿਆ। ਕਿਸਾਨ ਮਜ਼ਦੂਰ, ਅੱਜ ਮਜ਼ਦੂਰ ਦੇ ਘਰੇ ਤਾਂ ਰੋਟੀ ਨਹੀਂ ਪੱਕਦੀ, ਕਿਸਾਨ ਦੇ ਘਰੇ ਜਾਓ ਤਾਂ ਉਹਨਾਂ ਦੇ ਬੱਚੇ, ਉਹਨਾਂ ਦਾ ਸਾਰਾ ਕੁਝ ਸਰਕਾਰ ਕਰੋੜਾਂ ਦਾ ਲੋਨ ਦੇ ਰਹੀ ਹੈ, ਮਾਫ ਵੀ ਹੋ ਜਾਂਦੇ ਨੇ। ਸਾਨੂੰ ਗਰੀਬ ਨੂੰ ਕੋਈ ਕਰਜ਼ਾ ਵੀ ਨਹੀਂ। ਤੁਸੀਂ ਕਿਸਾਨ ਜਥੇਬੰਦੀਆਂ ਡੱਲੇਵਾਲ, ਉਗਰਾਹਾਂ, ਇਹ 2 ਜਥੇਬੰਦੀਆਂ 'ਚ ਮੈਂ ਨੇੜਿਓਂ ਦੇਖਿਆ, ਇਹ ਸਿਰਫ ਤੇ ਸਿਰਫ ਜਾਤੀਵਾਦੀ ਜਥੇਬੰਦੀਆਂ ਨੇ, ਪੂਰੀ ਤਰ੍ਹਾਂ ਬਸੇ ਹੋਏ ਨੇ। ਇਹ ਕਦੇ ਵੀ ਸਿਰਫ ਮਜ਼ਦੂਰ ਕਿਸਾਨ ਦੀ ਗੱਲ ਕਰਦੇ ਨੇ। ਇਹਨਾਂ ਕੋਲ ਦਲਿਤ ਦੀ ਗੱਲ ਕਰ ਲਓ, ਵੀ ਦਲਿਤਾਂ ਨਾਲ ਧੱਕੇ ਦੀ ਗੱਲ ਕਰ ਲਓ, ਤਾਂ ਕਿਤੇ ਵੀ ਇਹ ਉਹਨਾਂ ਦੇ ਹੱਕ 'ਚ ਨਹੀਂ ਖੜਦੇ। ਤੁਸੀਂ ਮਾਨਸਾ ਜ਼ਿਲ੍ਹੇ ਦੇ ਵਿੱਚ ਇੱਕ ਦਲਿਤ ਪਰਿਵਾਰ ਨੇ ਬੀਹੀ 'ਚ ਦਰਵਾਜ਼ਾ ਕੱਢਣਾ ਸੀ, ਤਾਂ ਡੱਲੇਵਾਲ ਇੱਕ ਹੋਰ 3-4 ਜਥੇਬੰਦੀਆਂ ਉਹਨਾਂ ਦੇ ਵਿਰੋਧ ਦੇ ਵਿੱਚ ਖੜ ਗਈਆਂ। ਕਈ ਜਗ੍ਹਾ 'ਤੇ ਉਗਰਾਹਾਂ ਜਥੇਬੰਦੀ ਨੇ ਦਲਿਤਾਂ ਦੇ ਖਿਲਾਫ ਰਜਿਸਟਰਾਂ ਦੇ ਮਤੇ ਪਾਏ ਨੇ। ਇਸ ਲਈ ਇਹ ਤਾਂ ਸਿਰਫ ਟਕਵੰਜਬਾਜ਼ੀ ਸੀ ਆਪਣਾ ਜਿੱਤਣ ਦੇ ਲਈ। ਕਾਂਸ਼ੀ ਰਾਮ ਸਾਹਿਬ ਕਿਹਾ ਕਰਦੇ ਵੀ ਪੰਜਾਬ ਦਾ ਜਿਹੜਾ ਉੱਚ ਜਾਤੀ ਲੋਕ ਨੇ, ਇਹ ਧਰਮ ਦੀ ਆੜ ਹੇਠ, ਸਿੱਖ ਧਰਮ ਦੀ ਆੜ ਹੇਠ ਰਾਜ ਕਰਦੇ ਨੇ ਸਾਡੇ 'ਤੇ। ਜਦ ਤਾਂ ਸਾਡੀ ਲੋੜ ਹੁੰਦੀ ਹੈ ਦਲਿਤਾਂ ਦੀ, ਗਰੀਬਾਂ ਦੀ, ਫਿਰ ਅਸੀਂ ਜੀ ਸਿੱਖ ਹੈ। ਜਿਵੇਂ BJP ਕਰਦੀ ਹੈ ਵੀ ਸਾਰੇ ਹਿੰਦੂ ਆ, ਜਦੋਂ ਵੋਟਾਂ ਲੈ ਜਾਂਦੀ ਉਹਦੇ ਬਾਅਦ ਉਹ ਜਾਤਾਂ ਨੂੰ ਪਰਖਣ ਲੱਗ ਜਾਂਦੀ ਹੈ। ਜਦ ਤਾਂ ਸਾਨੂੰ ਲੋੜ ਹੈ, ਜਿਵੇਂ ਬਾਦਲ ਰੌਲਾ ਪਾਉਂਦੇ ਨੇ ਅਸੀਂ ਸਿੱਖ ਹੈ, ਕੈਪਟਨ, ਉਦੋਂ ਅਸੀਂ ਸਿੱਖਾਂ ਜਾਂ ਵੋਟਾਂ ਲੈਣੀਆਂ ਨੇ। ਵੋਟਾਂ ਲੈਣ ਤੋਂ ਬਾਅਦ ਤੂੰ ਤੇਰੀਆਂ ਜਾਤਾਂ, ਤੂੰ ਸ਼ਿੰਬਾ, ਤੁਹਾਡੀ ਕੀ ਔਕਾਤ, ਅਸੀਂ ਜੱਟ, ਅਸੀਂ ਸ਼ਿੰਬੇ, ਅਸੀਂ ਝੋਰ, ਅਸੀਂ ਨਾ, ਫਿਰ ਜਾਤਾਂ 'ਤੇ ਆ ਜਾਂਦੇ ਨੇ। ਇਸ ਲਈ ਇਹ ਜਿਹੜੇ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਖੇਟਿਆ, ਜਿਹੜੇ ਆਪਣੇ ਤਬਕਿਆਂ ਦੇ ਗਰੁੱਪ ਬਣਾਤੇ, RSS ਦੀ ਚਾਲ ਹੈ ਵੀ ਸਮਾਜ ਨੂੰ ਵੱਧ ਤੋਂ ਵੱਧ ਪਾੜ ਕੇ ਰੱਖੋ। ਇਸ ਲਈ ਕਿਸਾਨ ਮਜ਼ਦੂਰ ਏਕਤਾ ਦਾ ਸਿਰਫ ਇੱਕ ਦਿਖਾਵਾ, ਇੱਕ ਨਾਰਾ।
ਮੈਂ ਨਾ ਕਿਸੇ ਦੀ ਗੱਲ ਨਹੀਂ ਕਰਦਾ, ਨਿੱਜੀ ਤਜਰਬਾ ਦੱਸਦਾ ਵੀ ਸਾਨੂੰ 5% ਵੀ ਕੋਈ ਇੱਜ਼ਤ ਨਹੀਂ ਦਿੰਦਾ। ਅਸੀਂ ਜਦ ਉੱਪਰ ਸਾਡੇ ਦਰਾਹੇ ਇੱਕ ਧਰਨਾ ਹੋਇਆ, ਉੱਥੇ 14 ਕਿਸਾਨ ਜਥੇਬੰਦੀਆਂ ਕਾਮਰੇਡ ਦੇ ਜਥੇਬੰਦੀਆਂ ਨੇ ਇੱਕ ਮਤਾ ਪਾਤਾ ਵੀ ਜਿਹੜਾ ਗੁਰਦੀਪ ਸਿੰਘ ਕਾਲੀ ਅੰਬੇਡਕਰ ਦੀ ਗੱਲ ਕਰਦਾ ਇਹਨੂੰ ਅਸੀਂ ਇੱਥੇ ਬੋਲਣ ਨਹੀਂ ਦੇਣਾ ਸਟੇਜ ਦੇ ਉੱਤੇ। ਇੰਨੀ ਅੰਬੇਡਕਰ ਤੋਂ ਨਫ਼ਰਤ, ਇੰਨੀ ਨਫ਼ਰਤ ਹੈ ਨਾ ਲੋਕਾਂ ਨੂੰ। ਪਹਿਲ ਇੱਕ ਧਰਨਾ ਹੋਇਆ, ਉਹਦੇ ਵਿੱਚ ਸਪੈਸ਼ਲ ਕਿਹਾ ਗਿਆ ਵੀ ਇੱਥੇ ਗੁਰਦੀਪ ਸਿੰਘ ਜਿਹੜੇ ਅੰਬੇਡਕਰ ਦੀ ਗੱਲ ਨਹੀਂ ਕਰਨੀ, ਜਾਂ ਤਾਂ ਭਗਤ ਸਿੰਘ ਕਾਮਰੇਡਾਂ ਦੀ ਗੱਲ ਕਰੋ ਜਾਂ ਫਿਰ ਕਿਸਾਨੀ ਅੰਦੋਲਨ ਦੇ ਸੰਬੰਧ ਦੇ ਵਿੱਚ। ਇਹ ਮੂਰਖਾਂ ਨੇ ਅੰਬੇਡਕਰ ਨੂੰ ਪੜ੍ਹਿਆ ਹੀ ਨਹੀਂ ਗਾ। ਨਹੀਂ, ਜੇ ਦੇਖਿਆ ਜਾਵੇ ਤਾਂ ਉਸ ਸਮੇਂ ਤਾਂ ਜੱਟ ਵੀ ਸ਼ੂਦਰ ਦੇ ਵਿੱਚ ਹੀ, ਅੱਜ ਵੀ ਜੱਟ ਨੂੰ ਸ਼ੂਦਰ ਦੇ ਵਿੱਚ ਗਿਣਿਆ ਜਾਂਦਾ ਵਾ। ਬ੍ਰਾਹਮਣ ਤਾਂ ਅੱਜ ਵੀ ਸ਼ੂਦਰ ਨੂੰ ਸ਼ੂਦਰ ਗਿਣਦਾ ਵਾ। ਫਿਰ ਜੱਟ ਸ਼ੂਦਰਾਂ ਤੋਂ ਇੰਨੀ ਨਫ਼ਰਤ ਕਿਉਂ, ਜਾਂ ਵਿੱਚ ਆਉਣ ਤੋਂ ਨਾ ਰਲਣ ਤੋਂ ਸੰਗਦੇ ਕਿਉਂ ਨੇ, ਜਾਂ ਭੈ ਕਿਉਂ ਖਾਂਦੇ ਆ? ਦੇਖੋ ਗੱਲ ਤਾਂ ਇਹੀ ਹੈ ਨਾ ਵੀ ਹੁਣ ਸਮਝ ਦੀ ਘਾਟ ਹੈ, ਆਪਣੇ ਆਪ ਨੂੰ ਅੱਪਰ ਕਾਸਟ ਸਮਝਦੇ ਨੇ। ਹੁਣ ਜਿਹੜਾ ਕਿਸਾਨੀ ਅੰਦੋਲਨ ਚੱਲਿਆ, ਜਿਹੜੀ ਮਨੂ ਸਿਮਰਤੀ ਕਹਿੰਦੀ ਆ ਵੀ ਇਸ ਦੇਸ਼ ਦੇ ਅੰਦਰ ਜਿਹੜਾ ਸ਼ੂਦਰ ਉਹ ਕਿਸੇ ਚੀਜ਼ ਦਾ ਮਾਲਕ ਨਹੀਂ ਹੋਣਾ ਚਾਹੀਦਾ, ਨਾ ਜ਼ਮੀਨ ਦਾ, ਜਾਇਦਾਦ ਦਾ, ਨਾ ਉਹਨੂੰ ਐਜੂਕੇਸ਼ਨ ਦਾ। ਜਿਹੜੀ ਜ਼ਮੀਨਾਂ ਖੋਹਣ ਦਾ ਬਿੱਲ ਲੈ ਕੇ ਆਂਦਾ ਬੀਜੇਪੀ ਨੇ, RSS ਨੇ, ਉਹੀ ਸੀਗਾ ਵੀ ਜਿੰਨੀਆਂ ਵੀ ਜ਼ਮੀਨਾਂ ਨੇ ਇਹਨਾਂ ਸ਼ੂਦਰਾਂ ਕੋਲੋਂ ਖੋਹਣੀਆਂ ਨੇ। ਜੇ ਅੱਜ ਪੰਜਾਬ ਦਾ ਜਿਹੜਾ ਜੱਟ ਆ ਜਾਂ ਕਿਸਾਨ ਆਪਣੇ ਆਪ ਨੂੰ ਕਹਾਉਂਦੇ ਨੇ, ਜੋ ਇਹ ਗੱਲ ਨੂੰ ਸਮਝ ਲੈਣ, ਨਾ ਤਾਂ ਬ੍ਰਾਹਮਣ ਨੇ, ਨਾ ਖੱਤਰੀ ਨੇ, ਨਾ ਵੈਸ਼ ਨੇ, ਫਿਰ ਸ਼ੂਦਰ ਨੇ। ਜੱਟ ਤੋਂ ਲੈ ਕੇ ਗਿੱਦੜਕੁਟ ਤੱਕ ਸ਼ੂਦਰ ਨੇ। ਇਹ ਅੱਜ ਆਪਣਾ ਹੰਕਾਰ ਮਾਰ ਲੈਣ, 10 ਦਿਨ ਨੂੰ ਮਾਰ ਲੈਣ। ਜਿਨ੍ਹਾਂ ਨੇ ਹੰਕਾਰ ਨਾ ਮਾਰਿਆ, ਅਸੀਂ ਤਾਂ ਸੰਘਰਸ਼ ਕਰ ਹੀ ਰਹੇ ਹਾਂ। ਇਹ ਵੀ ਗੁਲਾਮ ਹੋਣ ਦੇ ਲਈ, ਇਹ ਤਕਰੀਬਨ ਗੁਲਾਮ ਹੀ ਨੇ। ਤੁਸੀਂ ਦੇਖੋ ਕਿਸਾਨਾਂ ਦੇ 95% ਕਰਜ਼ਈ ਨੇ, ਠੀਕ ਹੈ। ਉਹ ਸਰਕਾਰ ਲੋਨ ਦੇਈ ਜਾਂਦੀ ਹੈ, ਬਾਅਦ ਦੇ ਵਿੱਚ ਇੱਕ ਸਿਸਟਮ ਜ਼ਮੀਨ ਕਰ ਲੈਣਗੇ। ਇਸ ਲਈ ਸਾਨੂੰ ਇਹ ਜਿਹੜੀ ਸਾਡੀ ਫਾਲਤੂ ਦਾ ਹੰਕਾਰ ਹੈ ਵੀ ਅਸੀਂ ਉੱਚ ਜਾਤੀ ਦੇ ਆ, ਤੁਸੀਂ ਕੋਈ ਉੱਚ ਜਾਤੀ ਨਹੀਂ, ਸਿਰਫ ਤੁਸੀਂ ਵਰਤੇ ਜਾ ਰਹੇ ਹੋ। ਡਾਕਟਰ ਅੰਬੇਡਕਰ ਨੇ ਕਿਹਾ ਅਗਰ ਤੁਸੀਂ ਜਾਤਾਂ ਦੀ ਗੱਲ ਕਰਦੇ ਹੋ ਤਾਂ ਉਹ ਮਨੂ ਦੇ ਸਿਧਾਂਤ ਦੀ ਗੱਲ ਤੁਸੀਂ ਆਪਣੇ ਆਪ ਕਰ ਰਹੇ ਹੋ। ਇਸ ਲਈ ਸਾਨੂੰ ਜਾਤਾਂ ਦੀ ਗੱਲ ਛੱਡ ਕੇ ਇੱਕ ਭਾਈਚਾਰਕ ਸਾਂਝ, ਇੱਕ ਜਿਹੜਾ SC ST OBC ਦਾ ਸੰਵਿਧਾਨ ਨੇ ਸਾਨੂੰ ਦਿੱਤਾ, ਸਾਨੂੰ ਉਹਦੇ ਆਧਾਰ 'ਤੇ ਲੜਾਈ ਲੜਨੀ ਚਾਹੀਦੀ ਹੈ। ਅੰਤ ਵਿੱਚ ਕੀ ਕਹੋਗੇ ਨਾ ਇਹਨਾਂ ਇਹੋ ਜਿਹੇ ਕਾਲਜਾਂ ਦੇ ਬਾਰੇ ਕੀ ਕਹੋਗੇ ਕਿ ਕੀ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਦੇ ਉੱਤੇ? ਦੇਖੋ ਗੱਲ ਇਹ ਹੈ ਵੀ ਕਾਰਵਾਈ ਨਹੀਂ ਹੋਣੀ ਇਹਨਾਂ 'ਤੇ। ਉਹਦਾ ਕਾਰਨ ਕੀ ਹੈ ਵੀ ਸਰਕਾਰਾਂ ਇਹਨਾਂ ਦੀਆਂ ਨੇ, ਚਾਹੇ ਬੱਚੇ ਇੱਦਾਂ ਹੀ ਰੋਲਣਗੇ। ਮੈਂ ਤਾਂ ਪੂਰੇ ਸਮਾਜ ਨੂੰ ਬੇਨਤੀ ਕਰਦਾ, ਇਹਨਾਂ ਕਾਲਜਾਂ ਦਾ ਰੋਟੀ ਪਾਣੀ ਫੁਲਕਾ ਪਾਣੀ ਬੰਦ ਕਰਨ ਦੇ ਲਈ ਤੁਹਾਨੂੰ ਔਰਗੇਨਾਈਜ਼ਡ ਹੋਣਾ ਪੈਣਾ। ਮੇਰੇ ਮਗਰ ਹੋ ਜਾਓ, ਤੁਹਾਡੇ ਮਗਰ ਹੋ ਜਾਣ, ਉਹਨਾਂ ਮਗਰ ਹੋ ਜਾਣ। ਸਾਡੇ ਜਿਹੜੇ ਲੀਡਰ ਨੇ ਉਹਨਾਂ ਨੂੰ ਵੀ ਆਪਣੀ ਜਿਹੜਾ ਨਿੱਜਵਾਦਾ ਛੱਡਣਾ ਚਾਹੀਦਾ। ਸਮਾਜ ਦੇ ਲਈ ਸਹੀ ਸੇਧ ਨਾਲ ਲੜਨਾ ਚਾਹੀਦਾ, ਕਿਉਂਕਿ ਸਮਾਜ ਦੇ ਵਿੱਚ ਲੀਡਰਾਂ 'ਚ ਇੰਨੀ ਗਿਰਾਵਟ ਆਈ ਹੈ। ਕੋਈ ਇਮਾਨਦਾਰ ਲੀਡਰ ਵੀ ਲੜਦਾ, ਉਹਨਾਂ ਨੂੰ ਸਾਰੇ ਕਰਪਟ ਲੱਗਦੇ ਨੇ। ਸੋ ਮੈਂ ਲੀਡਰਾਂ ਨੂੰ ਵੀ ਬੇਨਤੀ ਕਰਦਾ ਵੀ ਤੁਸੀਂ ਬਹੁਤ ਘਰ ਭਰ ਲਏ। ਜਿਹੜੇ ਹੁਣ 35 ਦੱਲੇ ਦਲਾਲ ਭੜੂਏ ਸਾਡੇ ਹਰ ਵਾਰ ਚੁਣੇ ਜਾਂਦੇ ਨੇ 117 ਦੇ ਵਿੱਚ, ਉਹਨਾਂ ਨੇ ਤਾਂ ਬੋਲਣਾ ਨਹੀਂ। ਜੇ 35 ਲੋਕ, ਅੱਜ 20 ਬੰਦੇ ਸਾਡੇ 25 ਉਹਦੇ ਵਿੱਚ ਨੇ, ਸਰਕਾਰ 'ਚ ਨੇ, ਜੋ 25 ਬੰਦੇ ਖੜੇ ਹੋ ਕੇ ਰੌਲਾ ਪਾਲਣ, ਸਰਕਾਰ ਦੀ ਕੀ ਔਕਾਤ ਆ? ਇਸ ਲਈ ਇਹ ਜਿਹੜੇ ਸਾਡੇ ਬਾਬਾ ਸਾਹਿਬ ਨੇ ਵੀ ਕਿਹਾ ਵੀ ਜਿਹੜੇ ਅਸੀਂ ਇਹ ਪੋਲੀਟੀਕਲ ਰਿਜ਼ਰਵੇਸ਼ਨ ਖਤਮ ਹੋਣੀ ਚਾਹੀਦੀ ਹੈ। ਬਾਬਾ ਸਾਹਿਬ ਦੀ ਮੰਗ ਸੀ ਵੀ ਇਹਦੇ ਨਾਲ ਸਮਾਜ 'ਚ ਦੱਲੇ ਦਲਾਲ ਭੜੂਏ ਪੈਦਾ ਹੋ ਗਏ। ਇਹ ਵੋਟਾਂ ਦੇ ਟਾਈਮ ਤਾਂ ਕਹਿੰਦੇ ਨੇ ਵੀ ਸਾਡਾ ਸਮਾਜ ਆ, ਵੋਟ ਲੈਣ ਤੋਂ ਬਾਅਦ ਸਾਡੀ ਗੱਲ ਨਹੀਂ ਕਰਦੇ। ਇਸ ਲਈ ਮੈਂ ਤਾਂ ਸਮਾਜ ਨੂੰ ਬੇਨਤੀ ਕਰੂੰਗਾ ਵੀ ਔਰਗੇਨਾਈਜ਼ਡ ਹੋਵੋ। ਜੇ ਤੁਸੀਂ ਔਰਗੇਨਾਈਜ਼ ਹੋ ਕਿਸੇ ਕਾਲਜ ਦੇ ਵਿੱਚ, ਲੋਕ ਬੱਚੇ ਕੀ ਕਰਦੇ ਨੇ, ਡਰ ਜਾਂਦੇ ਨੇ ਜੀ ਅਸੀਂ ਫੀਸਾਂ ਨਹੀਂ ਆਹ ਕਰਾਂਗੇ। ਹਾਂ, ਕੋਈ ਵੀ ਨਹੀਂ ਆਉਂਦਾ ਜੀ। ਹਾਂ, ਮਾਂ ਬਾਪ ਵੀ ਨਹੀਂ ਆਉਂਦੇ ਹੈਗੇ, ਮਾਂ ਬਾਪ ਵੀ ਡਰਦੇ ਮਾਰੇ ਫੀਸਾਂ ਭਰ ਦਿਓ, ਕਾਲਜ ਵਾਲੇ ਡਰਾ ਦਿੰਦੇ ਨੇ। ਕਿੰਨੀ ਦੇਰ ਡਰੀ ਜਾਓਗੇ? 75 ਸਾਲ ਤੋਂ ਡਰਦੇ ਹੀ ਆ ਰਹੇ ਹੋ ਯਾਰ, ਛੱਡ ਦਿਓ ਹੁਣ ਡਰ। ਹੁਣ ਤਾਂ ਗੁਲਾਮ ਹੋ ਗਏ, ਹੁਣ ਤਾਂ ਗਲਾਂ ਦੇ ਵਿੱਚ ਤੁਹਾਡੇ ਠੂਠੀਆਂ ਬੰਨਣ ਦਾ, ਪੈਰਾਂ 'ਚ ਝਾਂਜਰ ਬੰਨਣ ਦਾ ਟਾਈਮ ਭਵਿੱਖ ਤੇ ਹੀ ਆ ਗਿਆ। ਤੁਹਾਡੀ ਐਜੂਕੇਸ਼ਨ ਨੇ ਖਤਮ ਕਰਤੀ, ਕਦ ਬੋਲੋਗੇ ਤੁਸੀਂ? ਇਸ ਲਈ ਮੈਂ ਇਹੀ ਸਮਾਜ ਨੂੰ ਅਪੀਲ ਕਰਦਾ ਵੀ ਇੱਕ ਤਾਂ ਵੋਟ ਸੋਚ ਸਮਝ ਕੇ ਪਾਓ, ਦੂਜਾ ਔਰਗੇਨਾਈਜ਼ ਹੋ ਜਾਓ, ਖੜੇ ਹੋ ਜਾਓ। ਨਹੀਂ ਤੁਹਾਡੇ ਘਰਾਂ ਦੇ ਵਿੱਚੋਂ ਕੱਢ ਕੇ ਤੁਹਾਡੀਆਂ ਕੁੜੀਆਂ ਨਾਲ ਬਲਾਤਕਾਰ ਕਰਨਗੇ, ਮਾਰਨਗੇ। ਐਜੂਕੇਸ਼ਨ ਦਾ 100% ਖੋਹ ਚੁੱਕੇ ਨੇ। ਧੰਨਵਾਦ ਜੀ, ਬਹੁਤ ਬਹੁਤ ਸਮਾਂ ਦਿੱਤਾ, ਧੰਨਵਾਦ। ਥੈਂਕ ਯੂ ਜੀ। ਸੋ 2 ਸ਼ਬਦ ਮੈਂ ਉਹੀ ਕਹੂੰਗਾ ਕਿ ਇੱਕ ਸ਼ਾਇਰ ਲਿਖਦਾ ਕਿ ਮਗਦਾ ਰਹੀਂ ਵੇ ਸੂਰਜਾ ਕਮੀਆਂ ਦੇ ਵਿਹੜੇ। ਉਹ ਕਾਮੀ ਅੱਜ ਜਿਹੜੇ ਨੇ ਉਹ ਦਰ ਦੀਆਂ ਠੋਕਰਾਂ ਖਾਣ ਨੂੰ ਮਜਬੂਰ ਹੋਏ ਨੇ, ਕਿਉਂਕਿ ਉਹਨਾਂ ਦੇ ਬੱਚਿਆਂ ਦੇ ਭਵਿੱਖ 'ਤੇ ਬਣ ਗਈ ਆ। ਪਰ ਜਿੱਦਾਂ ਗੁਰਦੀਪ ਭਾਜੀ ਨੇ ਕਿਹਾ ਕਿ ਸਾਨੂੰ ਇਕੱਠੇ ਹੋਣਾ ਪੈਣਾ, ਸਾਨੂੰ ਸੰਘਰਸ਼ ਕਰਨਾ ਪੈਣਾ, ਨਹੀਂ ਤਾਂ ਸਾਡੇ ਬੱਚਿਆਂ ਦੀ ਐਜੂਕੇਸ਼ਨ ਵੀ ਖਤਮ ਕਰ ਦਿੱਤੀ ਆ, ਸਾਡੇ ਬੱਚਿਆਂ ਦਾ ਭਵਿੱਖ ਵੀ ਖਤਮ ਕਰ ਦਿੱਤਾ। ਅਤੇ ਆਉਣ ਵਾਲਾ ਸਮਾਂ ਇੰਨਾ ਭਿਆਨਕ ਹੋਊਗਾ
ਕਿ ਜੇ ਇਸੇ ਤਰੀਕੇ ਨਾਲ ਹੁੰਦਾ ਰਿਹਾ ਕਿ ਐਸਸੀ ਭਾਈਚਾਰੇ ਦੇ ਘਰਾਂ ਤੱਕ ਵੀ ਇਹ ਅੱਗ ਪਹੁੰਚੂਗੀ, ਜਿੰਨੀ ਅੱਜ ਪਹੁੰਚੀ ਆ ਇਦੋਂ ਵੀ ਭਿਆਨਕ ਪਹੁੰਚੂਗੀ। ਸੋ ਇਸ ਮੁੱਦੇ ਦੇ ਉੱਤੇ ਅਸੀਂ ਸਰਕਾਰ ਨੂੰ ਵੀ ਬੇਨਤੀ ਕਰਦੇ ਹਾਂ ਕਿ ਗੰਭੀਰਤਾ ਦੇ ਨਾਲ ਇਸ ਮੁੱਦੇ ਨੂੰ ਦੇਖਿਆ ਜਾਵੇ ਤੇ ਜਿਹੜੀਆਂ ਬੱਚੀਆਂ ਦੇ ਉੱਤੇ ਇਸ ਤਰੀਕੇ ਨਾਲ ਇਹ ਕਾਲਜ ਇਦਾਂ ਦੇ ਜਿਹੜੇ ਕਾਲਜ ਨੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰ ਰਹੇ ਨੇ, ਇਹਨਾਂ ਨੂੰ ਠੱਲ ਪਾਈ ਜਾਵੇ, ਇਹਨਾਂ ਦਾ ਕੋਈ ਹੱਲ ਕੱਢਿਆ ਜਾਵੇ ਤਾਂ ਕਿ ਉਹਨਾਂ ਬੱਚਿਆਂ ਦਾ ਭਵਿੱਖ ਬਚਾਇਆ ਜਾਵੇ। ਇਸ ਤਰ੍ਹਾਂ ਦੀਆਂ ਹੋਰ ਜਾਣਕਾਰੀ ਲਈ ਸਾਡੇ ਨਾਲ ਜੁੜੇ ਰਹੋ। ਮੈਂ ਤਰਲੋਚਨ ਸਿੰਘ ਗਿੱਲ, ਕੈਮਰਾਮੈਨ ਗਗਨ ਦੇ ਨਾਲ। ਧੰਨਵਾਦ।